ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡੇ ਆਪਣੇ YouTube ਚੈਨਲ ਵਰਿੰਦਰ ਐਜੂਕੇਸ਼ਨ ਵਿੱਚ। ਅੱਜ ਅਸੀਂ ਸਵਿਕਸ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਕਰਨ ਜਾ ਰਹੇ ਹਾਂਗੇ, ਜਿਹਦਾ ਨਾਮ ਹੈਗਾ ਭਾਰਤੀ ਸੰਘੀ ਪ੍ਰਣਾਲੀ ਜਾਂ ਇੰਡੀਅਨ ਫੈਡਰਲ ਸਿਸਟਮ। ਸਭ ਤੋਂ ਪਹਿਲਾਂ ਅਸੀਂ ਫੈਡਰਲ ਸ਼ਬਦ ਦੇ ਅਰਥ ਨੂੰ ਦੇਖਦੇ ਹਾਂਗੇ, ਜੋ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਤੇ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਗਾ ਕਿ ਫੈਡਰਲ ਸ਼ਬਦ ਦਾ ਕੀ ਅਰਥ ਆ। ਤਾਂ ਇਹ ਜਿਹੜਾ ਫੈਡਰਲ ਸ਼ਬਦ ਹੈਗਾ ਇਹ ਲਾਤੀਨੀ ਭਾਸ਼ਾ ਦੇ ਸ਼ਬਦ ਫੌਂਡਸ ਤੋਂ ਲਿਆ ਗਿਆ ਗਾ, ਜਿਹਦਾ ਅਰਥ ਹੈਗਾ ਸ਼ਕਤੀਆਂ ਦੀ ਵੰਡ। ਇਸ ਤਰ੍ਹਾਂ ਸੰਘਾਤਮਕ ਰਾਜ ਵਿੱਚ ਕੇਂਦਰ ਤੇ ਰਾਜ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ ਤੇ ਭਾਰਤੀ ਸੰਵਿਧਾਨ ਰਾਹੀਂ ਭਾਰਤ ਦੇ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਗਈ ਹੈ। ਤੇ ਹੁਣ ਅਸੀਂ ਸੰਘਾਤਮਕ ਵਿਵਸਥਾ ਦੀਆਂ ਕਿਸਮਾਂ ਦੀ ਗੱਲ ਕਰਦੇ ਹਾਂਗੇ, ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ, ਕਿਉਂਕਿ ਇਹਦੇ ਵਿੱਚੋਂ ਐਗਜ਼ਾਮ 'ਚ ਇਹ ਕੁਐਸਚਨ ਪੁੱਛੇ ਜਾ ਸਕਦੇ ਨੇ ਕਿ ਭਾਰਤ ਦੇ ਵਿੱਚ ਸੰਘਵਾਦ ਦੀ ਕਿਹੜੀ ਕਿਸਮ ਹੈ, ਤੇ ਦੂਸਰਾ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਗਾ ਕਿ ਸੰਘਾਤਮਕ ਵਿਵਸਥਾ ਦੀਆਂ ਕਿੰਨੀਆਂ ਕਿਸਮਾਂ ਨੇ। ਤਾਂ ਇਹਦੀਆਂ 3 ਕਿਸਮਾਂ ਨੇਗੀਆਂ। ਪਹਿਲੀ ਕਿਸਮ ਹੈਗੀ ਆ ਸਹਿਕਾਰੀ ਸੰਘਵਾਦ, ਮਤਲਬ ਕਿ ਜਦੋਂ ਰਾਜਾਂ ਦੇ ਮੁਕਾਬਲੇ ਵਿੱਚ ਕੇਂਦਰ ਕੋਲ ਜ਼ਿਆਦਾ ਸ਼ਕਤੀਆਂ ਹੋਣ। ਦੂਸਰੀ ਕਿਸਮ ਹੈਗੀ ਆ ਸੌਦੇਬਾਜ਼ੀ ਸੰਘਵਾਦ, ਇਹਦਾ ਮਤਲਬ ਹੈਗਾ ਗਾ ਕਿ ਜਦੋਂ ਖਾਸ ਜ਼ਰੂਰਤਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਰਾਜ ਸਰਕਾਰ ਨਾਲ ਸਮਝੌਤਾ ਕਰ ਲੈਂਦੀ ਹੈਗੀ। ਤੀਸਰੀ ਕਿਸਮ ਹੈਗੀ ਆ ਇਕਾਤਮਕ ਸੰਘਵਾਦ, ਮਤਲਬ ਕਿ ਜਦੋਂ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਉਹ ਕੇਂਦਰ ਕੋਲ ਹੋਣ ਤੇ ਰਾਜ ਸਰਕਾਰਾਂ ਨੂੰ ਕੇਂਦਰ ਤੇ ਨਿਰਭਰ ਹੋਣਾ ਪਵੇ। ਤੇ ਭਾਰਤੀ ਸੰਘਵਾਦ ਨੂੰ ਵੀ ਸਹਿਕਾਰੀ ਸੰਘਵਾਦ ਕਿਹਾ ਜਾਂਦਾ ਗਾ, ਕਿਉਂਕਿ ਭਾਰਤ ਦੇ ਵਿੱਚ ਵੀ ਰਾਜਾਂ ਦੇ ਮੁਕਾਬਲੇ ਕੇਂਦਰ ਕੋਲ ਜ਼ਿਆਦਾ ਸ਼ਕਤੀਆਂ ਨੇਗੀਆਂ। ਤੇ ਹੁਣ ਅਸੀਂ ਭਾਰਤੀ ਸੰਘਾਤਮਕ ਵਿਵਸਥਾ ਦੀ ਆਲੋਚਨਾ ਦੀ ਗੱਲ ਕਰਦੇ ਹਾਂਗੇ। ਬੇਸ਼ੱਕ ਭਾਰਤੀ ਸੰਘ ਨੂੰ ਵਿਸ਼ਵ ਦੇ ਸੰਘਾਤਮਕ ਸੰਵਿਧਾਨਾਂ ਵਿੱਚ ਵਿਸ਼ੇਸ਼ ਸਥਾਨ ਪ੍ਰਾਪਤ ਹੈਗਾ, ਪਰ ਭਾਰਤੀ ਸੰਵਿਧਾਨ ਦੀ ਸਭ ਤੋਂ ਜ਼ਿਆਦਾ ਇਸ ਵਿਵਸਥਾ ਦੀ ਆਲੋਚਨਾ ਕੀਤੀ ਗਈ ਹੈਗੀ, ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਕਿਤੇ ਵੀ ਸੰਘ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਵਿਧਾਨ ਦੇ ਇੱਕ ਆਰਟੀਕਲ ਦੇ ਅਨੁਸਾਰ ਭਾਰਤ ਨੂੰ ਰਾਜਾਂ ਦਾ ਸੰਯੋਗ ਕਿਹਾ ਗਿਆ ਹੈ, ਮਤਲਬ ਕਿ ਯੂਨੀਅਨ ਆਫ ਸਟੇਟਸ। ਤੇ ਹੁਣ ਅਸੀਂ ਯੂਨੀਅਨ ਆਫ ਸਟੇਟਸ ਦੇ ਅਰਥ ਦੀ ਗੱਲ ਕਰਦੇ ਹਾਂਗੇ। ਜਿਹੜੇ ਸੰਵਿਧਾਨ ਦੇ ਨਿਰਮਾਤਾ ਸੀਗੇ ਉਹਨਾਂ ਵੱਲੋਂ ਭਾਰਤ ਨੂੰ ਯੂਨੀਅਨ ਆਫ ਸਟੇਟਸ ਕਹਿਣ ਦੇ 2 ਅਰਥ ਸੀਗੇ। ਪਹਿਲਾ ਇਹ ਕਿ ਭਾਰਤ ਸੰਘ ਕਿਸੇ ਸੰਧੀ ਦਾ ਨਤੀਜਾ ਨਹੀਂ ਹੈ, ਮਤਲਬ ਕਿ ਜਿਹੜਾ ਭਾਰਤ ਹੈਗਾ ਉਹ ਪੂਰਨ ਤੌਰ ਤੇ ਆਜ਼ਾਦ ਹੋਇਆਗਾ, ਨਾ ਕਿ ਉਹ ਦੂਸਰੇ ਦੇਸ਼ਾਂ ਨਾਲ ਕੀਤੀ ਹੋਈ ਸੰਧੀ ਦਾ ਨਤੀਜਾ ਗਾ। ਦੂਸਰਾ ਇਹ ਕਿ ਜਿਹੜਾ ਭਾਰਤ ਹੈਗਾ ਉਹ ਕਿਸੇ ਹੋਰ ਦੇਸ਼ ਤੋਂ ਨਹੀਂ ਨਿਕਲਿਆ ਹੈਗਾ, ਇਸ ਲਈ ਜਿਹੜੀਆਂ ਭਾਰਤ ਦੀਆਂ ਇਕਾਈਆਂ ਨੇ ਉਹਨਾਂ ਨੂੰ ਸੰਘ ਤੋਂ ਵੱਖ ਹੋਣ ਦਾ ਅਧਿਕਾਰ ਨਹੀਂ ਹੈਗਾ। ਸਗੋਂ ਜਿਹੜਾ ਭਾਰਤ ਹੈਗਾ ਉਹ ਇੱਕ ਯੂਨੀਅਨ ਹੈਗਾ ਤੇ ਇਹਦੀਆਂ ਜਿਹੜੀਆਂ ਇਕਾਈਆਂ ਨੇਗੀਆਂ ਇਹ ਅਟੁੱਟ ਨੇਗੀਆਂ, ਜਿਨ੍ਹਾਂ ਨੂੰ ਕਿ ਭਾਰਤ ਨਾਲੋਂ ਤੋੜਿਆ ਨਹੀਂ ਜਾ ਸਕਦਾ। ਤੇ ਹੁਣ ਅਸੀਂ ਰਾਜਨੀਤਿਕ ਸ਼ਾਸਤਰਾਂ ਦੇ ਭਾਰਤੀ ਸੰਘਵਾਦ ਸੰਬੰਧੀ ਮਹੱਤਵਪੂਰਨ ਕਥਨਾਂ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲਾਂ ਪ੍ਰੋਫੈਸਰ D.N. ਬੈਨਰਜੀ ਅਨੁਸਾਰ ਭਾਰਤੀ ਸੰਵਿਧਾਨ ਰੂਪ ਵਿੱਚ ਸੰਘਾਤਮਕ ਹੈ ਪਰ ਭਾਵਨਾ ਵਿੱਚ ਇਕਾਤਮਕ ਹੈ। ਮਤਲਬ ਕਿ ਭਾਰਤੀ ਸੰਵਿਧਾਨ ਭਲੇ ਹੀ ਦੇਖਣ ਦੇ ਵਿੱਚ ਸੰਘਾਤਮਕ ਆਗਾ ਪਰ ਭਾਵਨਾ ਦੇ ਵਿੱਚ ਇਕਾਤਮਕ ਆਗਾ, ਕਿਉਂਕਿ ਜਿਹੜੀਆਂ ਜ਼ਿਆਦਾ ਸ਼ਕਤੀਆਂ ਨੇਗੀਆਂ ਉਹ ਕੇਂਦਰ ਕੋਲ ਨੇਗੀਆਂ। ਉਸ ਤੋਂ ਬਾਅਦ ਹੈਗਾ ਦੂਸਰਾ ਸ਼੍ਰੀ ਦੁਰਗਾ ਦਾਸ ਬਾਸੂ ਅਨੁਸਾਰ, ਇਹਨਾਂ ਨੇ ਕਿਹਾ ਗਾ ਭਾਰਤ ਦਾ ਸੰਵਿਧਾਨ ਨਾ ਤਾਂ ਪੂਰੀ ਤਰ੍ਹਾਂ ਸੰਘਾਤਮਕ ਆਗਾ ਤੇ ਨਾ ਹੀ ਪੂਰੀ ਤਰ੍ਹਾਂ ਇਕਾਤਮਕ ਆਗਾ, ਸਗੋਂ ਇਹ ਦੋਨਾਂ ਦਾ ਮਿਸ਼ਰਣ ਹੈ। ਤੇ ਤੀਸਰਾ ਹੈਗਾ ਡਾਕਟਰ K.C. ਵਹੀਰ ਅਨੁਸਾਰ, ਜਿਹੜਾ ਕਿ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ। ਡਾਕਟਰ K.C. ਵਹੀਰ ਅਨੁਸਾਰ ਭਾਰਤ ਸੰਵਿਧਾਨ ਅਰਧ ਸੰਘਾਤਮਕ ਹੈ, ਮਤਲਬ ਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਨਾ ਤਾਂ ਪੂਰੀ ਤਰ੍ਹਾਂ ਸੰਘਾਤਮਕ ਆਗਾ ਤੇ ਨਾ ਹੀ ਪੂਰੀ ਤਰ੍ਹਾਂ ਇਕਾਤਮਕ ਆਗਾ। ਹੁਣ ਅਸੀਂ ਭਾਰਤੀ ਸੰਵਿਧਾਨ ਦੇ ਵਿੱਚ ਮੌਜੂਦ ਸੰਘਾਤਮਕ ਤੱਤਾਂ ਬਾਰੇ ਪੜ੍ਹਦੇ ਹਾਂਗੇ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਗਾ ਸ਼ਕਤੀਆਂ ਦੀ ਵੰਡ। ਭਾਰਤੀ ਸੰਵਿਧਾਨ ਦੀ 7ਵੀਂ ਅਨੁਸੂਚੀ ਦੇ ਅਨੁਸਾਰ ਭਾਰਤ ਦੇ ਵਿੱਚ ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਕੀਤੀ ਗਈ ਹੈਗੀ ਤੇ ਇਹਨਾਂ ਸ਼ਕਤੀਆਂ ਨੂੰ 3 ਸੂਚੀਆਂ ਦੇ ਵਿੱਚ ਵੰਡਿਆ ਗਿਆ ਹੈਗਾ। ਪਹਿਲੀ ਸੂਚੀ ਹੈਗੀ ਸੰਘ ਸੂਚੀ, ਜਿਹਨੂੰ ਕਿ ਯੂਨੀਅਨ ਲਿਸਟ ਕਿਹਾ ਜਾਂਦਾ ਗਾ। ਦੂਸਰਾ ਹੈਗਾ ਰਾਜ ਸੂਚੀ, ਜਿਹਨੂੰ ਕਿ ਸਟੇਟ ਲਿਸਟ ਕਿਹਾ ਜਾਂਦਾ ਗਾ। ਤੇ ਤੀਸਰਾ ਹੈਗਾ ਸਮਵਰਤੀ ਸੂਚੀ, ਜਿਹਨੂੰ ਕਿ ਕਨਕਰੈਂਟ ਲਿਸਟ ਕਿਹਾ ਜਾਂਦਾ ਗਾ। ਸਭ ਤੋਂ ਪਹਿਲਾਂ ਅਸੀਂ ਸੰਘ ਸੂਚੀ ਦੀ ਗੱਲ ਕਰਦੇ ਹਾਂਗੇ। ਇਹਦੇ ਤੇ ਕੇਂਦਰੀ ਪਾਰਲੀਮੈਂਟ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈਗਾ।
ਇਹਦੇ ਵਿੱਚ ਰਾਸ਼ਟਰੀ ਮਹੱਤਤਾ ਤੇ ਇੱਕ ਤੋਂ ਵੱਧ ਰਾਜਾਂ ਨਾਲ ਸੰਬੰਧਿਤ ਕੁੱਲ 98 ਵਿਸ਼ੇ ਰੱਖੇ ਗਏ ਨੇਗੇ ਤੇ ਇਹ ਜਿਹੜੇ ਵਿਸ਼ੇ ਨੇ ਇਹ ਕਰੰਟ ਵਿਸ਼ੇ ਨੇਗੇ, ਪਰ ਕਿਤਾਬਾਂ ਦੇ ਵਿੱਚ ਇਹਨਾਂ ਦੀ ਗਿਣਤੀ ਘੱਟ ਵੱਧ ਦੱਸੀ ਜਾ ਸਕਦੀ ਹੈਗੀ ਕਿਉਂਕਿ ਕਿਤਾਬਾਂ ਨੂੰ ਨਾ ਅਪਡੇਟ ਕਰਨ ਦੀ ਜ਼ਰੂਰਤ ਹੈਗੀ। ਤੇ ਇਹਦੇ ਜਿਹੜੇ ਇੰਪੋਰਟੈਂਟ ਵਿਸ਼ੇ ਨੇਗੇ ਉਹ ਹੈਗੇ ਨੇ ਵਿਦੇਸ਼ੀ ਹਮਲੇ, ਯੁੱਧ, ਸ਼ਾਂਤੀ, ਸੰਧੀਆਂ, ਨਾਗਰਿਕਤਾ, ਰੇਲਵੇ, ਡਾਕ, ਕਰੰਸੀ, ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਰਚਨਾ ਆਦਿ। ਤੇ ਦੂਸਰਾ ਹੈਗਾ ਗਾ ਰਾਜ ਸੂਚੀ। ਇਸ ਸੂਚੀ ਦੇ ਵਿੱਚ ਸਥਾਨਕ ਮਹੱਤਵ ਵਾਲੇ 59 ਵਿਸ਼ੇ ਸ਼ਾਮਿਲ ਕੀਤੇ ਗਏ ਨੇਗੇ ਤੇ ਇਹਨਾਂ ਉੱਤੇ ਕਾਨੂੰਨ ਬਣਾਉਣ ਦਾ ਜਿਹੜਾ ਅਧਿਕਾਰ ਹੈਗਾ ਉਹ ਰਾਜਾਂ ਦੀਆਂ ਵਿਧਾਨ ਮੰਡਲਾਂ ਤੇ ਪ੍ਰਾਂਤਕ ਅਸੈਂਬਲੀਆਂ ਨੂੰ ਹੁੰਦਾ ਗਾ। ਤੇ ਇਹਦੇ ਵਿੱਚ ਆਮ ਪ੍ਰਬੰਧ, ਪੁਲਿਸ, ਜੇਲ੍ਹ ਪ੍ਰਬੰਧ, ਸਥਾਨਿਕ ਸਰਕਾਰ, ਜਨ ਸਾਹਿਤ ਦੇ ਜਿਹੜੇ ਮਹੱਤਵਪੂਰਨ ਵਿਸ਼ੇ ਨੇਗੇ ਉਹ ਸ਼ਾਮਿਲ ਨੇਗੇ। ਤੇ ਜਿਹੜੀ ਤੀਸਰੀ ਸੂਚੀ ਹੈਗੀ ਉਹ ਸੰਵਰਤੀ ਸੂਚੀ ਹੈਗੀ। ਇਹਦੇ ਵਿੱਚ 52 ਵਿਸ਼ੇ ਸ਼ਾਮਿਲ ਨੇਗੇ ਤੇ ਇਹਨਾਂ ਉੱਤੇ ਸੰਸਦ ਤੇ ਰਾਜ ਵਿਧਾਨ ਮੰਡਲ ਨੇ ਜਿਹੜੀਆਂ ਉਹ ਦੋਵੇਂ ਹੀ ਕਾਨੂੰਨ ਬਣਾ ਸਕਦੀਆਂ ਨੇਗੀਆਂ। ਪਰ ਜੇ ਰਾਜ ਵਿਧਾਨ ਮੰਡਲ ਤੇ ਪਾਰਲੀਮੈਂਟ ਦੁਆਰਾ ਸੰਪਰਤੀ ਸੂਚੀ ਤੇ ਬਣਾਏ ਗਏ ਕਾਨੂੰਨ ਵਿੱਚ ਮਤਭੇਦ ਹੋ ਜਾਂਦੀ ਹੈਗੀ ਤਾਂ ਸੰਸਦ ਦੇ ਕਾਨੂੰਨ ਨੂੰ ਪਹਿਲ ਦਿੱਤੀ ਜਾਂਦੀ ਹੈਗੀ ਤੇ ਰਾਜਾਂ ਦੇ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਂਦਾ ਗਾ। ਇਹਦੇ ਵਿੱਚ ਜਿਵੇਂ ਦੰਡ ਵਿਧੀ ਹੋ ਗਿਆ, ਮਜ਼ਦੂਰ ਸੰਘ, ਸਿੱਖਿਆ, ਅਖਬਾਰ, ਸਮਾਜਿਕ ਸੁਰੱਖਿਆ, ਅਜਿਹੇ ਜਿਹੜੇ ਵਿਸ਼ੇ ਨੇ ਉਹ ਸ਼ਾਮਿਲ ਨੇਗੇ। ਦੂਸਰਾ ਹੈਗਾ ਗਾ ਲਿਖਤੀ ਸੰਵਿਧਾਨ। ਸੰਘੀ ਵਿਵਸਥਾ ਦੇ ਵਿੱਚ ਜਿਹੜਾ ਸੰਵਿਧਾਨ ਹੈਗਾ ਉਹ ਲਿਖਤੀ ਹੁੰਦਾ ਗਾ ਤਾਂ ਜੋ ਜਿਹੜੀਆਂ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਨੇਗੀਆਂ ਉਹਨਾਂ ਦਾ ਵਰਣਨ ਆ ਜਿਹੜਾ ਉਹ ਸਪਸ਼ਟ ਤੌਰ ਤੇ ਕੀਤਾ ਜਾ ਸਕੇ। ਤੇ ਜਿਹੜਾ ਭਾਰਤੀ ਸੰਵਿਧਾਨ ਹੈਗਾ ਉਹ ਵੀ ਲਿਖਤੀ ਹੈਗਾ ਤੇ ਵਰਤਮਾਨ ਸਮੇਂ ਦੇ ਵਿੱਚ ਭਾਰਤੀ ਸੰਵਿਧਾਨ ਦੇ ਕੁੱਲ 448 ਆਰਟੀਕਲ ਨੇ ਜਿਨ੍ਹਾਂ ਨੂੰ 25 ਭਾਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਤੇ 12 ਅਨੁਸੂਚੀਆਂ ਨੇਗੀਆਂ। ਪਰ ਜਿਹੜਾ ਮੂਲ ਸੰਵਿਧਾਨ ਸੀਗਾ ਉਹਦੇ 395 ਆਰਟੀਕਲ ਸੀਗੇ ਜਿਨ੍ਹਾਂ ਨੂੰ 22 ਭਾਗਾਂ ਦੇ ਵਿੱਚ ਵੰਡਿਆ ਗਿਆ ਸੀਗਾ ਤੇ 8 ਅਨੁਸੂਚੀਆਂ ਸੀਗੀਆਂ। ਤੀਸਰਾ ਜਿਹੜਾ ਮਹੱਤਵਪੂਰਨ ਤੱਤ ਹੈਗਾ ਉਹ ਹੈਗਾ ਕਠੋਰ ਸੰਵਿਧਾਨ। ਸੰਘ ਵਿਵਸਥਾ ਦੇ ਵਿੱਚ ਸੰਵਿਧਾਨ ਦਾ ਨਾ ਕਠੋਰ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਗਾ। ਪਰ ਜਿਹੜਾ ਭਾਰਤੀ ਸੰਵਿਧਾਨ ਹੈਗਾ ਉਹ ਇੰਨਾ ਕਠੋਰ ਨਹੀਂ ਹੈਗਾ ਜਿੰਨਾ ਕਿ ਅਮਰੀਕਾ ਦਾ ਸੰਵਿਧਾਨ ਹੈਗਾ ਤੇ ਸੰਵਿਧਾਨ ਦੇ ਵਿੱਚ ਸੋਧ ਕਰਨ ਦਾ ਜਿਹੜਾ ਢੰਗ ਹੈਗਾ ਉਹ ਅਨੁਛੇਦ 368 ਦੇ ਵਿੱਚ ਦੱਸਿਆ ਗਿਆ ਹੈਗਾ ਜਿਹਦੇ ਵਿੱਚ ਸੰਸਦ ਦੇ ਜਿਹੜੇ ਦੋਨੋਂ ਸਦਨ ਨੇ ਉਹ 2/3 ਬਹੁਮਤ ਦੇ ਰਾਹੀਂ ਪ੍ਰਸਤਾਵ ਨੂੰ ਪਾਸ ਕਰਦੇ ਨੇਗੇ ਤੇ ਬਾਅਦ ਦੇ ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਸੰਵਿਧਾਨ ਦੇ ਵਿੱਚ ਸੋਧ ਕੀਤੀ ਜਾਂਦੀ ਹੈਗੀ। ਚੌਥਾ ਤੱਤ ਹੈਗਾ ਗਾ ਸੰਵਿਧਾਨ ਦੀ ਸਰਵਉੱਚਤਾ। ਭਾਰਤੀ ਸੰਘ ਦੀ ਇੱਕ ਹੋਰ ਵਿਸ਼ੇਸ਼ਤਾ ਗੀ ਸੰਵਿਧਾਨ ਦੀ ਸਰਵਉੱਚਤਾ ਤੇ ਅਮਰੀਕਾ ਦੇ ਸੰਵਿਧਾਨ ਦੀ ਤਰ੍ਹਾਂ ਭਾਰਤੀ ਸੰਵਿਧਾਨ ਨੂੰ ਵੀ ਸਰਵਉੱਚ ਮੰਨਿਆ ਗਿਆ ਗਾ ਤੇ ਸੰਵਿਧਾਨ ਦੀ ਸਰਵਉੱਚਤਾ ਕਾਇਮ ਰੱਖਣ ਲਈ ਨਿਆਂਪਾਲਿਕਾ ਦੀ ਵਿਵਸਥਾ ਕੀਤੀ ਗਈ ਹੈਗੀ ਤੇ ਜਿਹੜੀ ਨਿਆਂਪਾਲਿਕਾ ਗੀ ਉਹ ਕਿਸੇ ਵੀ ਅਜਿਹੇ ਕਾਨੂੰਨ ਨੂੰ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈਗੀ ਜਿਹੜੀ ਕਿ ਸੰਵਿਧਾਨ ਦੇ ਉਲਟ ਹੋਵੇ। ਤੇ ਸਰਕਾਰ ਦੇ ਜਿਹੜੇ ਤਿੰਨੇ ਅੰਗ ਨੇਗੇ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਉਹ ਸਾਰੇ ਕੀ ਨੇ ਸੰਵਿਧਾਨ ਦੇ ਅਨੁਸਾਰ ਕੰਮ ਕਰਦੇ ਨੇਗੇ। ਪੰਜਵਾਂ ਤੱਤ ਹੈਗਾ ਗਾ ਨਿਆਂਪਾਲਿਕਾ ਦੀ ਨਿਰਪੱਖਤਾ। ਭਾਰਤੀ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਨਿਆਂਪਾਲਿਕਾ ਨੂੰ ਇੱਕ ਵਿਸ਼ੇਸ਼ ਸਥਾਨ ਪ੍ਰਾਪਤ ਹੈਗਾ ਤੇ ਭਾਰਤ ਦੇ ਵਿੱਚ ਸਰਵਉੱਚ ਅਦਾਲਤ ਦੀ ਜਿਹੜੀ ਸਥਾਪਨਾ ਗੀ ਉਹ ਕੀਤੀ ਗਈ ਹੈਗੀ ਜਿਹੜੀ ਕਿ ਵਿਧਾਨਪਾਲਿਕਾ ਤੇ ਕਾਰਜਪਾਲਿਕਾ ਦੇ ਪ੍ਰਭਾਵ ਤੋਂ ਬਿਲਕੁਲ ਸੁਤੰਤਰ ਹੁੰਦੀ ਹੈਗੀ ਤੇ ਨਿਰਪੱਖ ਹੋ ਕੇ ਫੈਸਲਾ ਕਰਦੀ ਹੈਗੀ। ਛੇਵਾਂ ਹੈਗਾ ਗਾ ਦੋ ਸਦਨੀ ਵਿਧਾਨ ਮੰਡਲ। ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਵਿਧਾਨ ਮੰਡਲ ਦਾ ਦੋ ਸਦਨੀ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗਾ ਤੇ ਭਾਰਤੀ ਸੰਸਦ ਦੇ ਵਿੱਚ ਵੀ ਦੋ ਸਦਨ ਨੇਗੇ। ਇੱਕ ਹੈਗਾ ਗਾ ਲੋਕ ਸਭਾ ਜਿਹਨੂੰ ਕਿ ਹੇਠਲਾ ਸਦਨ ਕਿਹਾ ਜਾਂਦਾ ਗਾ, ਦੂਸਰਾ ਹੈਗਾ ਗਾ ਰਾਜ ਸਭਾ ਜਿਹਨੂੰ ਕਿ ਉੱਪਰਲਾ ਸਦਨ ਕਿਹਾ ਜਾਂਦਾ ਗਾ। ਤੇ ਜਿਹੜੀ ਲੋਕ ਸਭਾ ਗੀ ਉਹ ਜਨਸੰਖਿਆ ਦੇ ਆਧਾਰ ਤੇ ਸਾਰੇ ਦੇਸ਼ ਦੀ ਪ੍ਰਤੀਨਿਧਤਾ ਕਰਦੀ ਹੈਗੀ ਜਦ ਕਿ ਜਿਹੜੀ ਰਾਜ ਸਭਾ ਗੀ ਉਹ ਰਾਜਾਂ ਦੀ ਪ੍ਰਤੀਨਿਧਤਾ ਕਰਦੀ ਹੈਗੀ। ਸੱਤਵਾਂ ਤੱਤ ਹੈਗਾ ਗਾ ਦੋਹਰੀ ਸ਼ਾਸਨ ਪ੍ਰਣਾਲੀ। ਡਾਕਟਰ ਭੀਮ ਰਾਓ ਅੰਬੇਦਕਰ ਦੇ ਅਨੁਸਾਰ ਭਾਰਤੀ ਸੰਵਿਧਾਨ ਆ ਜਿਹੜਾ ਉਹ ਦੋਹਰੀ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕਰਦਾ ਗਾ। ਮਤਲਬ ਕਿ ਕੇਂਦਰ ਤੇ ਰਾਜਾਂ ਦੇ ਵਿੱਚ ਵੱਖ-ਵੱਖ ਸਰਕਾਰਾਂ ਹੁੰਦੀਆਂ ਨੇਗੀਆਂ ਜਿਨ੍ਹਾਂ ਨੂੰ ਆਪਣੇ ਆਪਣੇ ਖੇਤਰ ਦੇ ਵਿੱਚ ਸਰਵਉੱਚ ਸ਼ਕਤੀਆਂ ਨੇ ਜਿਹੜੀਆਂ ਉਹ ਪ੍ਰਾਪਤ ਹੁੰਦੀਆਂ ਨੇਗੀਆਂ। ਤੇ ਹੁਣ ਅਸੀਂ ਭਾਰਤੀ ਸੰਵਿਧਾਨ ਦੇ ਇਕਾਤਮਕ ਲੱਛਣਾਂ ਦੀ ਗੱਲ ਕਰਦੇ ਆਂਗੇ। ਜਿਵੇਂ ਕਿ ਕੇਸੀ ਵਈਅਰ ਨੇ ਭਾਰਤੀ ਸੰਵਿਧਾਨ ਨੂੰ ਅਰਧ ਸੰਘਾਤਮਕ ਕਿਹਾ ਗਾ। ਮਤਲਬ ਕਿ ਭਾਰਤੀ ਸੰਵਿਧਾਨ ਹੈਗਾ ਜਿਹੜਾ ਉਹ ਪੂਰਨ ਤੌਰ ਤੇ ਨਾ ਤਾਂ ਸੰਘਾਤਮਕ ਆ ਤੇ ਨਾ ਹੀ ਇਕਾਤਮਕ ਹੈਗਾ। ਇਹਦੇ ਵਿੱਚ ਇਕਾਤਮਕਤਾ ਦੇ ਵੀ ਕੁਝ ਲੱਛਣ ਪਾਏ ਜਾਂਦੇ ਨੇਗੇ ਜਿਨ੍ਹਾਂ ਨੂੰ ਹੁਣ ਆਪਾਂ ਡਿਸਕਸ ਕਰਦੇ ਆਂਗੇ।
ਸਭ ਤੋਂ ਪਹਿਲਾਂ ਹੈਗਾ ਗਾ ਸ਼ਕਤੀਆਂ ਦੀ ਵੰਡ ਕੇਂਦਰ ਦੇ ਪੱਖ ਦੇ ਵਿੱਚ। ਹੁਣ ਜਿਵੇਂ ਕਿ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਵਿੱਚ ਕੇਂਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਹੁੰਦੀ ਹੈਗੀ, ਪਰ ਸੰਘ ਸੂਚੀ ਦੇ ਵਿੱਚ ਜਿਹੜੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਹੁੰਦੇ ਨੇਗੇ ਉਹਨਾਂ ਉੱਤੇ ਕੇਂਦਰ ਕਾਨੂੰਨ ਬਣਾ ਸਕਦੀ ਹੈਗੀ। ਮਤਲਬ ਕਿ ਸਿਰਫ ਕੇਂਦਰ ਕੋਲ ਹੀ ਅਧਿਕਾਰ ਹੈਗਾ ਕਿ ਜਿਹੜੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ੇ ਨੇਗੇ ਉਹਨਾਂ ਤੇ ਉਹ ਕਾਨੂੰਨ ਬਣਾ ਸਕਦੀ ਹੈਗੀ। ਤੇ ਸੰਘ ਸੂਚੀ ਦੇ ਜਿਹੜੇ ਵਿਸ਼ਿਆਂ ਦੀ ਸੰਖਿਆ ਹੁੰਦੀ ਹੈਗੀ ਉਹ ਰਾਜ ਸੂਚੀ ਨਾਲੋਂ ਜ਼ਿਆਦਾ ਹੁੰਦੀ ਹੈਗੀ, ਤੇ ਜਿਹੜੀਆਂ ਬਚੀਆਂ ਕੁਚੀਆਂ ਸ਼ਕਤੀਆਂ ਹੁੰਦੀਆਂ ਨੇਗੀਆਂ ਉਹ ਵੀ ਕੇਂਦਰ ਕੋਲ ਹੁੰਦੀਆਂ ਨੇਗੀਆਂ। ਦੂਸਰਾ ਹੈਗਾ ਗਾ ਰਾਜ ਸੂਚੀ ਤੇ ਕੇਂਦਰ ਦੀ ਦਖਲ। ਹੁਣ ਜਿਵੇਂ ਕਿ ਰਾਜ ਸੂਚੀ ਤੇ ਜਿਹੜਾ ਰਾਜ ਹੈਗਾ ਸਿਰਫ ਉਹੀ ਕਾਨੂੰਨ ਬਣਾ ਸਕਦਾ ਗਾ, ਪਰ ਵਿਦੇਸ਼ਾਂ ਨਾਲ ਕੀਤੇ ਸਮਝੌਤੇ ਜਾਂ ਸੰਧੀਆਂ ਨੂੰ ਲਾਗੂ ਕਰਨ ਲਈ ਰਾਜ ਸੂਚੀ ਦੇ ਕਿਸੇ ਵਿਸ਼ੇ ਉੱਤੇ ਜਿਹੜੇ ਕਾਨੂੰਨ ਹੈਗਾ ਉਹ ਕੇਂਦਰ ਬਣਾ ਸਕਦੀ ਹੈਗੀ। ਪਰ ਇਹਦੇ ਲਈ ਸੰਸਦ ਦੇ ਉੱਪਰਲੇ ਸਦਨ ਜਾਣੀ ਕਿ ਰਾਜ ਸਭਾ ਦੇ ਵਿੱਚ 2/3 ਬਹੁਮਤ ਨਾਲ ਪ੍ਰਸਤਾਵ ਪਾਸ ਹੋਣਾ ਜ਼ਰੂਰੀ ਹੈਗਾ, ਜਿਹਦੇ ਵਿੱਚ ਰਾਜ ਸੂਚੀ ਦੇ ਕਿਸੇ ਵਿਸ਼ੇ ਨੂੰ ਨਾ ਰਾਸ਼ਟਰੀ ਮਹੱਤਤਾ ਵਾਲਾ ਕਰਾਰ ਦਿੱਤਾ ਜਾਂਦਾ ਗਾ, ਤੇ ਜਿਸ ਉੱਪਰ ਜਿਹੜੀ ਸੰਸਦ ਹੈਗੀ ਉਹ ਕਾਨੂੰਨ ਬਣਾ ਸਕਦੀ ਹੈਗੀ। ਤੀਸਰਾ ਹੈਗਾ ਗਾ ਸੰਵਿਧਾਨ ਵਿੱਚ ਸੰਘ ਸ਼ਬਦ ਦੀ ਅਣਹੋਂਦ। ਹੁਣ ਭਾਰਤੀ ਸੰਵਿਧਾਨ ਨੂੰ ਆਪਾਂ ਇਕਾਤਮਕ ਇਸ ਲਈ ਵੀ ਕਹਿੰਦੇ ਆਂਗੇ ਕਿਉਂਕਿ ਭਾਰਤੀ ਸੰਵਿਧਾਨ ਦੇ ਵਿੱਚ ਸੰਘ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਹੈ, ਸਗੋਂ ਫੈਡਰੇਸ਼ਨ ਦੀ ਥਾਂ ਤੇ ਯੂਨੀਅਨ ਸ਼ਬਦ ਦੀ ਵਰਤੋਂ ਕੀਤੀ ਗਈ ਹੈਗੀ। ਇਹ ਜਿਹੜਾ ਫੈਡਰੇਸ਼ਨ ਸ਼ਬਦ ਹੈਗਾ ਇਹ ਰਾਜਾਂ ਦੀ ਖੁਦ ਮੁਖਤਿਆਰੀ ਵੱਲ ਹੋਂਦ ਕਰਦਾ ਗਾ, ਪਰ ਜਿਹੜਾ ਯੂਨੀਅਨ ਸ਼ਬਦ ਹੈਗਾ ਇਹ ਰਾਜਾਂ ਦੀ ਜਿਹੜੀ ਮਨਮਰਜ਼ੀ ਹੈਗੀ ਉਹਨੂੰ ਕਾਫੀ ਹੱਦ ਤੱਕ ਘਟਾ ਦਿੰਦਾ ਗਾ। ਚੌਥਾ ਹੈਗਾ ਗਾ ਇਕਹਿਰੀ ਨਾਗਰਿਕਤਾ। ਹੁਣ ਸੰਘਾਤਮਕ ਦੇਸ਼ਾਂ ਦੇ ਵਿੱਚ ਨਾਗਰਿਕਾਂ ਨੂੰ ਨਾ ਦੋਹਰੀ ਨਾਗਰਿਕਤਾ ਪ੍ਰਦਾਨ ਕੀਤੀ ਜਾਂਦੀ ਹੈਗੀ, ਪਰ ਭਾਰਤ ਆ ਜਿਹੜਾ ਇਹਦੇ ਵਿੱਚ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈਗੀ। ਮਤਲਬ ਕਿ ਅਸੀਂ ਸਿਰਫ ਭਾਰਤ ਦੇ ਨਾਗਰਿਕ ਆਂਗੇ, ਨਾ ਕਿ ਵੱਖ-ਵੱਖ ਰਾਜਾਂ ਦੇ, ਤੇ ਇਹ ਜਿਹੜੀ ਗੱਲ ਹੈਗੀ ਇਹ ਸੰਘ ਸਿਧਾਂਤ ਦੇ ਬਿਲਕੁਲ ਹੀ ਵਿਰੁੱਧ ਹੈਗੀ। ਪੰਜਵਾਂ ਹੈਗਾ ਗਾ ਇਕਹਿਰੀ ਨਿਆਂ ਵਿਵਸਥਾ। ਸੰਘ ਰਾਜਾਂ ਦੇ ਵਿੱਚ ਨਾ ਆਮ ਤੌਰ ਤੇ ਦੋਹਰੀ ਨਿਆਂ ਵਿਵਸਥਾ ਨੂੰ ਅਪਣਾਇਆ ਜਾਂਦਾ ਗਾ, ਪਰ ਭਾਰਤ ਦੇ ਵਿੱਚ ਨਾ ਇਕਹਿਰੀ ਨਿਆਂ ਵਿਵਸਥਾ ਦੀ ਸਥਾਪਨਾ ਕੀਤੀ ਗਈ ਹੈਗੀ। ਮਤਲਬ ਕਿ ਦੇਸ਼ ਦੀਆਂ ਜਿਹੜੀਆਂ ਸਾਰੀਆਂ ਅਦਾਲਤਾਂ ਨੇਗੀਆਂ ਜਿਵੇਂ ਕਿ ਹਾਈ ਕੋਰਟ, ਜ਼ਿਲ੍ਹਾ ਕੋਰਟ, ਸੈਸ਼ਨ ਕੋਰਟ, ਇਹ ਸਾਰੀਆਂ ਨਾ ਸੁਪਰੀਮ ਕੋਰਟ ਦੇ ਅੰਡਰ ਰਹਿ ਕੇ ਹੀ ਆਪਣਾ ਕੰਮ ਕਰਦੀਆਂ ਨੇਗੀਆਂ। 6ਵਾਂ ਪੁਆਇੰਟ ਹੈਗਾ ਗਾ ਇੱਕ ਚੋਣ ਕਮਿਸ਼ਨ। ਮਤਲਬ ਕਿ ਭਾਰਤ ਦੇ ਵਿੱਚ ਸਿਰਫ ਇੱਕ ਚੋਣ ਕਮਿਸ਼ਨ ਹੈਗਾ ਜੋ ਕਿ ਸਾਰੇ ਭਾਰਤ ਦੇ ਵਿੱਚ ਚੋਣਾਂ ਕਰਵਾਉਂਦਾ ਗਾ। ਮਤਲਬ ਕਿ ਸੰਘ ਦੇ ਇਕਾਈਆਂ ਦੀ ਚੋਣਾਂ ਦੀ ਵਿਵਸਥਾ ਕਿ ਜਿਹੜੀ ਉਹ ਇਹੀ ਚੋਣ ਕਮਿਸ਼ਨ ਕਰਦਾ ਗਾ। 7ਵਾਂ ਪੁਆਇੰਟ ਹੈਗਾ ਗਾ ਵਿੱਤ ਕਮਿਸ਼ਨ ਦੀ ਨਿਯੁਕਤੀ। ਇਹ ਜਿਹੜਾ ਵਿੱਤ ਕਮਿਸ਼ਨ ਆ ਗਈ ਇਹਦੀ ਨਿਯੁਕਤੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈਗੀ, ਤੇ ਜਿਹੜਾ ਕਮਿਸ਼ਨ ਹੈਗਾ ਇਹ ਕੇਂਦਰ ਤੇ ਰਾਜਾਂ ਵਿਚਕਾਰ ਜਿਹੜੇ ਵਿੱਤੀ ਸੰਬੰਧ ਨੇਗੇ ਉਹਨਾਂ ਬਾਰੇ ਆਪਣੀ ਜਿਹੜੀ ਰਿਪੋਰਟ ਆ ਗਈ ਉਹ ਰਾਸ਼ਟਰਪਤੀ ਨੂੰ ਭੇਜਦਾ ਗਾ। ਤੇ ਜਿਹੜੀ ਕੇਂਦਰੀ ਸਰਕਾਰ ਆ ਗਈ ਉਹਦੀ ਆਪਣੀ ਮਰਜ਼ੀ ਆ ਕਿ ਉਹ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਮੰਨੇ ਜਾਂ ਨਾ ਮੰਨੇ। ਮਤਲਬ ਕਿ ਜਿਹੜੀ ਕੇਂਦਰੀ ਸਰਕਾਰ ਆ ਗਈ ਉਹ ਵਿੱਤੀ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਮੰਨਣ ਲਈ ਪੂਰਨ ਤੌਰ ਤੇ ਆਜ਼ਾਦ ਆ ਗਈ। 8ਵਾਂ ਪੁਆਇੰਟ ਹੈਗਾ ਗਾ ਸੰਵਿਧਾਨਿਕ ਸੋਧ ਵਿੱਚ ਸੰਘ ਸਰਕਾਰ ਦੀ ਮਹੱਤਤਾ। ਕਹਿਣ ਨੂੰ ਤਾਂ ਜਿਹੜਾ ਭਾਰਤੀ ਸੰਵਿਧਾਨ ਹੈਗਾ ਉਹ ਕਠੋਰ ਹੈਗਾ, ਪਰ ਸੰਵਿਧਾਨ ਦੀ ਸੋਧ ਦੇ ਵਿੱਚ ਰਾਜ ਦਾ ਭਾਗ ਲੈਣ ਦਾ ਜਿਹੜਾ ਅਧਿਕਾਰ ਹੈਗਾ ਉਹ ਇੰਨਾ ਮਹੱਤਵਪੂਰਨ ਨਹੀਂ ਹੈਗਾ, ਕਿਉਂਕਿ ਸੰਵਿਧਾਨ ਦਾ ਨਾ ਥੋੜ੍ਹਾ ਜਿਹਾ ਭਾਗ ਹੀ ਕਠੋਰ ਹੈਗਾ, ਜਿਹਦੇ ਵਿੱਚ ਸੋਧ ਲਈ ਸਿਰਫ ਅੱਧੇ ਰਾਜਾਂ ਦੀ ਪੁਸ਼ਟੀ ਹੋਣੀ ਜ਼ਰੂਰੀ ਹੁੰਦੀ ਹੈਗੀ, ਤੇ ਬਾਕੀ ਸੰਵਿਧਾਨ ਦੇ ਜਿਹੜੇ ਜ਼ਿਆਦਾਤਰ ਭਾਗ ਨੇਗੇ ਉਹਨਾਂ ਵਿੱਚ ਸੋਧ ਲਈ ਰਾਜਾਂ ਦੀ ਪੁਸ਼ਟੀ ਦੀ ਇੰਨੀ ਲੋੜ ਨਹੀਂ ਪੈਂਦੀ। 9ਵਾਂ ਪੁਆਇੰਟ ਹੈਗਾ ਗਾ ਸੰਕਟ ਕਾਲ ਵਿੱਚ ਇਕਾਤਮਕ ਸ਼ਾਸਨ। ਸੰਕਟ ਕਾਲ ਦੇ ਸਮੇਂ ਨਾ ਦੇਸ਼ ਦਾ ਜਿਹੜਾ ਸੰਘਾਤਮਕ ਢਾਂਚਾ ਗਾ ਉਹ ਇਕਾਤਮਕ ਢਾਂਚੇ ਦੇ ਵਿੱਚ ਬਦਲ ਜਾਂਦਾ ਗਾ। ਮਤਲਬ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਗਈ ਉਹੀ ਸਿਰਫ ਐਮਰਜੈਂਸੀ ਦਾ ਐਲਾਨ ਕਰ ਸਕਦੀ ਹੈਗੀ, ਤੇ ਆਰਟੀਕਲ 352, 356 ਤੇ 360 ਦੇ ਅਧੀਨ ਜਿਹੜਾ ਰਾਸ਼ਟਰਪਤੀ ਹੈਗਾ ਉਹ ਐਮਰਜੈਂਸੀ ਦਾ ਐਲਾਨ ਕਰਦਾ ਗਾ, ਤੇ ਐਮਰਜੈਂਸੀ ਦਾ ਐਲਾਨ ਕਰਨ ਦੇ ਲਈ ਨਾ ਸੰਵਿਧਾਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਸੋਧ ਦੀ ਲੋੜ ਨਹੀਂ ਪੈਂਦੀ। 10ਵਾਂ ਪੁਆਇੰਟ ਹੈਗਾ ਗਾ ਸਰਵ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ। ਮਤਲਬ ਕਿ ਰਾਜਾਂ ਦੇ ਵਿੱਚ ਨਾ ਜਿਹੜੇ ਉੱਚੇ ਅਹੁਦਿਆਂ 'ਤੇ ਕੰਮ ਕਰਨ ਵਾਲੇ ਸਿਵਲ ਸਰਵੈਂਟ ਹੁੰਦੇ ਨੇਗੇ ਜਿਵੇਂ ਕਿ IPS ਹੋ ਗਿਆ, IAS ਹੋ ਗਿਆ, ਇਹਨਾਂ ਦੀ ਜਿਹੜੀ ਨਿਯੁਕਤੀ ਆ ਨਾ ਉਹ ਕੇਂਦਰ ਸਰਕਾਰ ਦੁਆਰਾ ਹੀ ਕੀਤੀ ਜਾਂਦੀ ਹੈਗੀ, ਤੇ ਇਹਨਾਂ 'ਤੇ ਜਿਹੜਾ ਕੰਟਰੋਲ ਹੁੰਦਾ ਗਾ ਉਹ ਸਾਰਾ ਕੇਂਦਰ ਸਰਕਾਰ ਦਾ ਹੀ ਹੁੰਦਾ ਗਾ, ਤੇ ਜਿਹੜੀਆਂ ਰਾਜ ਦੀਆਂ ਸਰਕਾਰਾਂ ਨੇਗੀਆਂ ਇਹਨਾਂ ਆਫਿਸਰਸ ਨੂੰ ਇਹਨਾਂ ਦੇ ਅਹੁਦਿਆਂ ਤੋਂ ਹਟਾ ਨਹੀਂ ਸਕਦੀਆਂ, ਸਿਰਫ ਕੇਂਦਰ ਦੀਆਂ ਸਰਕਾਰਾਂ ਹੀ ਨੇਗੀਆਂ ਜਿਹੜੀਆਂ ਉਹ ਇਹਨਾਂ ਨੂੰ ਅਹੁਦਿਆਂ ਤੋਂ ਹਟਾ ਸਕਦੀਆਂ ਨੇਗੀਆਂ। 11ਵਾਂ ਪੁਆਇੰਟ ਹੈਗਾ ਗਾ ਰਾਸ਼ਟਰਪਤੀ ਦੁਆਰਾ ਰਾਜਾਂ ਦੇ ਰਾਜਪਾਲਾਂ ਦੀ ਨਿਯੁਕਤੀ। ਮਤਲਬ ਕਿ ਜਿਹੜਾ ਰਾਸ਼ਟਰਪਤੀ ਹੈਗਾ ਉਹ ਰਾਜਪਾਲਾਂ ਦੀ ਨਿਯੁਕਤੀ ਕਰਦਾ ਗਾ, ਤੇ ਇਹ ਜਿਹੜੇ ਰਾਜਪਾਲ ਨੇ ਨਾ ਇਹ ਰਾਸ਼ਟਰਪਤੀ ਦੀ ਪ੍ਰਸੰਨਤਾ ਤੱਕ ਹੀ ਆਪਣੀ ਪਦਵੀ 'ਤੇ ਕਾਇਮ ਰਹਿੰਦੇ ਨੇਗੇ।
12ਵਾਂ ਪੁਆਇੰਟ ਹੈਗਾ ਗਾ ਨਵਾਂ ਰਾਜ ਬਣਾਉਣ ਅਤੇ ਸੀਮਾ ਪਰਿਵਰਤਨ ਕਰਨ ਲਈ ਸ਼ਕਤੀ ਸੰਸਦ ਕੋਲ ਹੈ। ਮਤਲਬ ਕਿ ਜਿਹੜੀ ਸੰਸਦ ਹੈਗੀ ਉਹ ਆਪਣੀ ਇੱਛਾ ਦੇ ਅਨੁਸਾਰ ਰਾਜਾਂ ਦੇ ਜਿਹੜੇ ਖੇਤਰ ਨੇਗੇ ਉਹਨਾਂ ਨੂੰ ਘਟਾ ਵਧਾ ਸਕਦੀ ਹੈਗੀ। 13ਵਾਂ ਪੁਆਇੰਟ ਹੈਗਾ ਗਾ ਰਾਜਾਂ ਵਿੱਚ ਵਿੱਤੀ ਮਾਮਲਿਆਂ ਵਿੱਚ ਸੰਘ ਸਰਕਾਰ ਉੱਤੇ ਨਿਰਭਰ ਹੋਣਾ। ਮਤਲਬ ਕਿ ਜਿਹੜੇ ਰਾਜ ਨੇਗੇ ਉਹ ਵਿੱਤੀ ਮਾਮਲਿਆਂ ਦੇ ਸੰਬੰਧ ਦੇ ਵਿੱਚ ਵੀ ਸੰਘ ਸਰਕਾਰ ਮਤਲਬ ਕਿ ਕੇਂਦਰ ਦੀ ਸਰਕਾਰ 'ਤੇ ਨਿਰਭਰ ਰਹਿੰਦੇ ਨੇਗੇ, ਕਿਉਂਕਿ ਜਿਹੜੇ ਰਾਜਾਂ ਦੀ ਆਰਥਿਕ ਵਿਵਸਥਾ ਗੀ ਉਹ ਇੰਨੀ ਕਮਜ਼ੋਰ ਆ ਗਈ ਕਿ ਉਹਨਾਂ ਨੂੰ ਨਾ ਆਪਣੇ ਛੋਟੇ ਛੋਟੇ ਕੰਮਾਂ ਲਈ ਵੀ ਕੇਂਦਰ ਸਰਕਾਰ 'ਤੇ ਨਿਰਭਰ ਰਹਿਣਾ ਪੈਂਦਾ ਗਾ। ਹੁਣ ਆਪਾਂ ਗੱਲ ਕਰਦੇ ਆਂਗੇ ਕਿ ਜਦ ਭਾਰਤੀ ਸੰਵਿਧਾਨ ਦੇ ਵਿੱਚ ਇੰਨੇ ਜ਼ਿਆਦਾ ਇਕਾਤਮਕ ਲੱਛਣ ਪਾਏ ਜਾਂਦੇ ਨੇ ਤਾਂ ਕੀ ਭਾਰਤ ਨੂੰ ਸੰਘ ਕਹਿਣਾ ਉਚਿਤ ਹੋਵੇਗਾ ਜਾਂ ਨਹੀਂ। ਭਾਰਤੀ ਸੰਵਿਧਾਨ ਦੇ ਵਿੱਚ ਨਾ ਸੰਘਾਤਮਕ ਸ਼ਾਸਨ ਦੀਆਂ ਵਿਸ਼ੇਸ਼ਤਾਵਾਂ ਪਾਈਆਂ ਜਾਂਦੀਆਂ ਨੇਗੀਆਂ, ਪਰ ਸੰਵਿਧਾਨ ਦੇ ਨਾ ਕੁਝ ਅਜਿਹੇ ਲੱਛਣ ਨੇਗੇ ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗਦਾ ਗਾ ਕਿ ਭਾਰਤੀ ਸੰਵਿਧਾਨ ਦਾ ਨਾ ਇਕਾਤਮਕ ਸ਼ਾਸਨ ਵੱਲ ਝੁਕਾਅ ਜਿਹੜਾ ਉਹ ਜ਼ਿਆਦਾ ਗਾ, ਕਿਉਂਕਿ ਜਿਹੜੇ ਸਾਡੇ ਸੰਵਿਧਾਨ ਦੇ ਨਾ ਨਿਰਮਾਤਾ ਸੀਗੇ ਉਹ ਸੰਘਾਤਮਕ ਸ਼ਾਸਨ ਪ੍ਰਣਾਲੀ ਦੇ ਨਾਲ ਨਾਲ ਨਾ ਕੇਂਦਰ ਨੂੰ ਇੰਨਾ ਸ਼ਕਤੀਸ਼ਾਲੀ ਬਣਾਉਣਾ ਚਾਹੁੰਦੇ ਸੀਗੇ ਤਾਂ ਕਿ ਨਾ ਉਹ ਕਿਸੇ ਵੀ ਸਥਿਤੀ ਦਾ ਸਾਹਮਣਾ ਕਰ ਸਕੇ, ਤੇ ਇਸੇ ਕਰਕੇ ਹੀ ਉਹਨਾਂ ਨੇ ਸੰਵਿਧਾਨ ਨੂੰ ਅਰਧ ਸੰਘਾਤਮਕ ਕਿਹਾ ਗਾ। ਮਤਲਬ ਕਿ ਨਾ ਤਾਂ ਆਪਣਾ ਜਿਹੜਾ ਸੰਵਿਧਾਨ ਹੈਗਾ ਪੂਰੀ ਤਰ੍ਹਾਂ ਸੰਘਾਤਮਕ ਹੈਗਾ ਤੇ ਨਾ ਹੀ ਇਕਾਤਮਕ ਹੈਗਾ, ਸਗੋਂ ਇਹ ਦੋਨਾਂ ਦਾ ਹੀ ਮੇਲ ਹੈਗਾ, ਜਿਸ ਕਰਕੇ ਸੰਵਿਧਾਨ ਨੂੰ ਆਪਾਂ ਅਰਧ ਸੰਘਾਤਮਕ ਕਹਿੰਦੇ ਆਂਗੇ ਤੇ ਇਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕੁਆਜ਼ੀ ਫੈਡਰਲ ਕਹਿੰਦੇ ਆਂਗੇ। ਤੇ ਅੰਤ ਦੇ ਵਿੱਚ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਸ਼ਾਂਤੀ ਦੇ ਸਮੇਂ ਜਿਹੜਾ ਭਾਰਤ ਹੈਗਾ ਉਹਦੇ ਵਿੱਚ ਸੰਘਾਤਮਕ ਪ੍ਰਣਾਲੀ ਦੇਖਣ ਨੂੰ ਮਿਲਦੀ ਹੈਗੀ ਤੇ ਐਮਰਜੈਂਸੀ ਮਤਲਬ ਕਿ ਸੰਕਟ ਕਾਲ ਦੀ ਸਥਿਤੀ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਦੇਖਣ ਨੂੰ ਮਿਲਦੀ ਹੈਗੀ। ਤੇ ਹੁਣ ਅਸੀਂ ਇਸ ਟੌਪਿਕ ਦੇ ਨਾਲ ਰਿਲੇਟਡ ਕੁਝ ਹੋਰ ਜਿਹੜੇ ਮਹੱਤਵਪੂਰਨ ਬਿੰਦੂ ਨੇਗੇ ਉਹਨਾਂ ਨੂੰ ਦੇਖਦੇ ਆਂਗੇ। ਸਭ ਤੋਂ ਪਹਿਲਾਂ ਚੀਨ, ਜਾਪਾਨ, ਫਰਾਂਸ ਤੇ ਇੰਗਲੈਂਡ ਦੇ ਵਿੱਚ ਇਕਾਤਮਕ ਸ਼ਾਸਨ ਪ੍ਰਣਾਲੀ ਮੌਜੂਦ ਹੈਗੀ ਤੇ ਜਰਮਨੀ, ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਭਾਰਤਵਾਦ ਸੰਘਾਤਮਕ ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਹੈਗੀ ਉਹ ਦੇਖਣ ਨੂੰ ਮਿਲਦੀ ਹੈਗੀ। ਇਸ ਤਰ੍ਹਾਂ ਸੰਸਾਰ ਦੇ ਨਾ ਕੁੱਲ 25 ਦੇਸ਼ਾਂ ਦੇ ਵਿੱਚ ਸੰਘਾਤਮਕ ਸ਼ਾਸਨ ਪ੍ਰਣਾਲੀ ਹੈ ਜਿਹੜੀ ਉਹ ਮੌਜੂਦ ਹੈਗੀ। ਇਹ ਸੀ ਜੀ ਸਾਡਾ ਇੰਪੋਰਟੈਂਟ ਟੌਪਿਕ ਭਾਰਤੀ ਸੰਘੀ ਪ੍ਰਣਾਲੀ ਜਾਂ ਇੰਡੀਅਨ ਫੈਡਰਲ ਸਿਸਟਮ। ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ, ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।